मैं बेनती करदा कौमी इंसाफ मोर्चे का मैंबर होने के तौर पर कि सारिया संगतां 17 मई नूं इस मोर्चे 'ਚ हाज़री भरन ते उस कौमी योधे नूं जिहड़ा सिजदा करन जिन्हें अपनी पूरी जवानी भरी जवानी कौम के लिखे लाई है। बिल्कुल तुहाडी गल ठीक है, ये स्वागत करना चाहिए। कुछ एंटी सोशल एलीमेंट सरकार के बंदे भी सी जो इस गल नूं नहीं सह पा रहे सी कि बंदी सिंह बाहर आउण, कौमी इंसाफ मोर्चा अपनी सफलता वल जावे। उन्हां वल्लों कुछ बंदियां वल्लों गड़बड़ां कीतीआं गईआं। इस गल 'ਚ सानूं कहण 'ਚ कोई हिचक नहीं कि असी मोर्चा चलाउण वाले बंदे बिल्कुल सधारण सन। सधारण होने के तौर पर साडे कोल जिहड़े ये अंसर सी जिन्हां ने गैर कानूनीਆਂ कीतियां ਜਾਂ ਕਿਸੇ ਨੂੰ ਕੁੱਟਿਆ ਜਾਂ ਮਾਰਿਆ ਜਾਂ ਕਿਸੇ ਦੀ ਬੇਇੱਜ਼ਤੀ ਕੀਤੀ, ਅਸੀਂ ਉਹਨਾਂ ਨੂੰ ਕੰਟਰੋਲ ਨਹੀਂ ਕਰ ਪਾਏ। ਪਰ ਸਮੇਂ ਦੇ ਨਾਲ ਹੁਣ ਸਾਨੂੰ ਇਸ ਗੱਲ ਦਾ ਤਜਰਬਾ ਆ ਗਿਆ, ਅਸੀਂ ਕਿੱਦਾਂ ਕੰਟਰੋਲ ਕਰਨੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗੜਬੜ ਨਹੀਂ ਹੁੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੂੰ ਫਿਰ ਦੁਬਾਰਾ ਤਕਲੀਫ ਦਿੱਤੀ ਹੈ। ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ 25 ਮਈ ਨੂੰ ਦੀਵਾਨ ਟੋਡਰਮਲ ਹਾਲ ਜੋ ਫਤਿਹਗੜ੍ਹ ਸਾਹਿਬ ਵਿਖੇ ਹੈ, ਜੋ ਸ਼ਹੀਦਾਂ ਦੀ ਪਵਿੱਤਰ ਜਗ੍ਹਾ ਸਥਾਨ ਹੈ, ਉੱਥੇ ਜਿੰਨੀਆਂ ਵੀ ਧਾਰਮਿਕ ਸ਼ਖਸੀਅਤਾਂ ਨੇ, ਜਥੇਬੰਦੀਆਂ ਨੇ, ਰਾਜਨੀਤਿਕ ਨੇ ਜਿਹੜੀਆਂ ਇਸ ਕੌਮੀ ਇਨਸਾਫ ਮੋਰਚੇ ਨਾਲ ਸਹਿਮਤ ਨੇ, ਸਮਾਜਿਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਜਿੰਨੇ ਵੀ ਚੰਗੇ ਉੱਚ ਕੋਟੀ ਦੇ ਵਿਦਵਾਨਾਂ ਦੀਆਂ ਜਥੇਬੰਦੀਆਂ ਨੇ, ਵਿਦਵਾਨਾਂ ਦੇ ਗਰੁੱਪ ਨੇ, ਚਾਹੇ ਉਹ ਕਲਾਕਾਰਾਂ ਦੇ ਗਰੁੱਪ ਨੇ, ਜਿਹੜੇ ਇਸ ਕੌਮੀ ਇਨਸਾਫ ਦੀਆਂ ਹੱਕੀ ਮੰਗਾਂ ਨਾਲ ਸਹਿਮਤ ਨੇ, ਉਹਨਾਂ ਦੀ ਵਿਸ਼ੇਸ਼ ਇੱਕ ਇਕੱਤਰਤਾ ਬੁਲਾਈ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਉਲੀਕਿਆ ਜਾ ਸਕੇ। ਕੌਮੀ ਇਨਸਾਫ ਮੋਰਚੇ ਵੱਲੋਂ ਇਹ ਪੰਜਾਬ ਦੀ ਤੇ ਸੈਂਟਰ ਦੀ ਸਰਕਾਰ 'ਤੇ ਦਬਾਅ ਬਣਾਇਆ ਜਾ ਸਕੇ। ਉਸ ਪ੍ਰੋਗਰਾਮ ਨਾਲ ਜਿਹੜਾ ਪ੍ਰੋਗਰਾਮ ਅਸੀਂ 25 ਮਈ ਨੂੰ ਉਲੀਕ ਰਹੇ ਹਾਂ, ਉਹਦੇ ਵਾਸਤੇ ਅਸੀਂ ਇਸ 'ਤੇ ਬੇਨਤੀ ਕਰਨ ਆਏ ਹਾਂ ਕਿ ਜਿਹੜੇ ਸਾਡੀ ਆਵਾਜ਼ ਸੁਣਦੀਆਂ ਜਥੇਬੰਦੀਆਂ ਨੇ, ਜਿਹੜੇ ਸਾਡੇ ਕੋਲ ਫੋਨ ਕਰਕੇ ਜਾਂ ਲਿਖਤੀ ਰੂਪ ਵਿੱਚ ਉਹਨਾਂ ਨਾਲ ਸੰਪਰਕ ਕਰਨ ਤੋਂ ਰਹਿ ਜਾਂਦੇ ਨੇ, ਉਹਦੇ ਵਿੱਚ ਬੇਨਤੀ ਆ ਕਿ ਸਾਰੀਆਂ ਹੀ ਜਥੇਬੰਦੀਆਂ, ਧਾਰਮਿਕ ਸ਼ਖਸੀਅਤਾਂ, ਚਾਹੇ ਸੰਤ ਮਹਾਂਪੁਰਖ ਨੇ, ਕਿਸੇ ਵੀ ਸ਼੍ਰੇਣੀ ਦੇ ਨੇ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਤੇ ਇਸ ਜਿਨ੍ਹਾਂ ਨੂੰ ਸਮਝ ਹੈ, ਜਿਨ੍ਹਾਂ ਦੀ ਸੋਚ ਬਣ ਚੁੱਕੀ ਹੈ ਕਿ ਕੌਮੀ ਇਨਸਾਫ ਮੋਰਚਾ ਜਿਨ੍ਹਾਂ ਹੱਕੀ ਮੰਗਾਂ ਲਈ ਲੱਗਾ ਹੋਇਆ ਉਹ ਬਿਲਕੁਲ ਜਾਇਜ਼ ਨੇ। ਇਸ ਕਰਕੇ ਨਿਹੰਗ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਤੇ ਵਿਸ਼ੇਸ਼ ਤੌਰ 'ਤੇ ਕਿਸਾਨ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਕੋਈ ਵੀ ਜਥੇਬੰਦੀ ਇਹੋ ਜਿਹੀ ਨਾ ਰਹੇ ਜਿਹੜੀ ਅੱਗੇ ਆਈਆਂ ਵੀ ਨੇ, ਹੁਣ ਉਹਨੂੰ ਬੇਨਤੀ ਕਰਦੇ 25 ਤਰੀਕ ਨੂੰ ਆਉਣ। ਇਹਦੇ ਨਾਲ ਹੀ ਬੇਨਤੀ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੋਣਾ ਇਹ 11 ਵਜੇ ਸ਼ੁਰੂ ਹੋਣਾ ਸਵੇਰ ਨੂੰ ਦੀਵਾਨ ਟੋਡਰਮਲ ਹਾਲ ਵਿੱਚ। ਉੱਥੇ ਸਾਰੀਆਂ ਸ਼ਖਸੀਅਤਾਂ ਦਾ ਪੂਰਾ ਸਨਮਾਨ ਕੀਤਾ ਜਾਏਗਾ, ਉਹਨਾਂ ਦੇ ਵਿਚਾਰ ਜਾਣੇ ਜਾਣ ਸਕਦੇ, ਵਿਚਾਰ ਵਟਾਂਦਰਾ ਹੋਏਗਾ ਕਿ ਅਗਲੀ ਜਿਹੜੀ ਕੌਮੀ ਇਨਸਾਫ ਮੋਰਚੇ ਦੀ ਰੂਪ ਰੇਖਾ ਹੈ ਉਹ ਕੀ ਉਲੀਕਣੀ ਆ ਤੇ ਕਿਹੜਾ ਸਖਤ ਕਦਮ ਚੱਕਣਾ ਜਿਹਨਾਂ ਸਰਕਾਰ ਦੇ ਦਬਾਅ ਪਾਇਆ ਜਾ ਸਕੇ। ਪਰਸੋਂ ਨੂੰ 17 ਮਈ ਨੂੰ ਕੌਮ ਦੇ ਮਹਾਨ ਯੋਧੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ, ਜਿਹਨੂੰ 10 ਲੱਖ ਦੇ ਕਰੀਬ ਸਿੱਖ ਸੰਗਤਾਂ ਨੇ ਚੱਬੇ ਦੀ ਧਰਤੀ 'ਤੇ 15 ਮਿੰਟ ਜਗਾਰੇ ਲਾ ਸਰਬਸੰਮਤੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ, ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ। ਉਹਦੇ ਵਾਸਤੇ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਪਹੁੰਚਣ। ਸਾਡੇ ਨਾਲ ਕਿਸਾਨ ਜਥੇਬੰਦੀਆਂ ਦੇ ਬਹੁਤ ਹੀ ਸਿਆਣੇ ਸੂਝਵਾਨ ਆਏ ਹੋਏ ਨੇ ਮੁਖੀ, ਤੇ ਇਹ ਵੀ ਆਪਣੇ ਵਿਚਾਰ ਰੱਖਣਗੇ। ਸੰਖੇਪ ਵਿੱਚ ਅਸੀਂ ਇਹ ਬੇਨਤੀ ਕਰਦੇ ਕਿ 25 ਜਿਹੜਾ ਮਈ ਦਾ ਪ੍ਰੋਗਰਾਮ ਰੱਖਿਆ ਹੈ ਦੀਵਾਨ ਟੋਡਰਮਲ ਹਾਲ, ਉਸ ਤੋਂ ਵੱਧ ਸਾਰੀਆਂ ਸ਼ਖਸੀਅਤਾਂ ਪਹੁੰਚਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਣਜੀਤ ਸਿੰਘ ਜੀ ਬੋਲੋ। ਮੈਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ, ਜੋ 25 ਤਰੀਕ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਜੋ ਟੋਡਰਮਲ ਹਾਲ ਆ, ਉਹਦੇ ਵਿੱਚ ਇੱਕ ਕੌਮੀ ਇਨਸਾਫ ਮੋਰਚੇ ਦੀ ਅਗਲੇ ਜਿਹੜਾ ਪ੍ਰੋਗਰਾਮ ਆ ਉਹਨੂੰ ਉਲੀਕਣ ਵਾਸਤੇ ਇੱਕ ਉੱਥੇ ਵਿਚਾਰ ਵਟਾਂਦਰਾ ਹੋਊਗਾ। ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਤੇ ਜੋ ਸਿੱਖ ਸੰਗਤਾਂ ਨੇ, ਜੋ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੀਆਂ ਨੇ ਸੰਗਤਾਂ ਨੇ, ਜੋ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਨੇ ਅਤੇ ਜੋ ਇਹ ਗੱਲ ਆਪਣੇ ਮਨ ਦੇ ਵਿੱਚ ਹਮਦਰਦੀ ਰੱਖਦੇ ਨੇ
ਵੀ ਜੋ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹ ਬਾਹਰ ਆਉਣੇ ਚਾਹੀਦੇ। ਉਹਨਾਂ ਨੂੰ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ 25 ਤਰੀਕ ਨੂੰ 25 ਮਈ ਨੂੰ 11 ਵਜੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਟੋਡਰਮੱਲ ਹਾਲ ਵਿੱਚ ਜ਼ਰੂਰ ਪਹੁੰਚਣ। ਅਸੀਂ ਵੀ ਉੱਥੇ ਸਾਰੀਆਂ ਜਥੇਬੰਦੀਆਂ ਨਾਲ ਸੰਪਰਕ ਕਰਾਂਗੇ ਅਤੇ ਉੱਥੇ ਉਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਕਰਾਂਗੇ। ਇੱਧਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਫਰਾਂਸ ਸਾਹਿਬ ਨੇ ਜ਼ਿਕਰ ਕੀਤਾ ਤੇ ਚਨਾਰਥਲ ਜੀ ਨੇ ਦੱਸਿਆ ਹੈਗਾ, ਇਹਨੂੰ ਹੋਰ ਵਿਸਥਾਰ ਦਿੰਦਿਆਂ ਹੋਇਆਂ ਦੋ ਗੱਲਾਂ, ਦੋ ਮਕਸਦ ਨੇ ਮੁੱਖ। ਉਹ ਜਿਹੜੀ ਆਪਾਂ ਉੱਥੇ ਇੱਕ ਵੱਡੀ ਸਾਂਝੀ ਮੀਟਿੰਗ ਕਰਨ ਜਾ ਰਹੇ ਹਾਂ। ਪਹਿਲਾਂ ਤਾਂ ਕੌਮੀ ਇਨਸਾਫ ਮੋਰਚੇ ਨੂੰ ਮਜ਼ਬੂਤ ਕਰਨਾ ਤੇ ਦੂਸਰਾ ਆਉਣ ਵਾਲੇ ਮਹੀਨਿਆਂ ਦੇ ਵਿੱਚ ਕੋਈ ਅਜਿਹਾ ਪ੍ਰੋਗਰਾਮ ਉਲੀਕਣਾ ਜਿਹੜਾ ਸਰਕਾਰ ਦੇ ਉੱਤੇ ਇੱਕ ਪੂਰਾ ਪ੍ਰੈਸ਼ਰ ਜਿਹੜਾ ਬਿਲਡ ਅਪ ਕਰ ਸਕੇ। ਔਰ ਸਰਕਾਰ ਜਿਹੜੀ ਕੇਸਲ ਵੱਟੀ ਬੈਠੀ ਹੈ, ਔਰ ਖਾਸ ਕਰਕੇ 26 ਫਰਵਰੀ ਨੂੰ ਸਰਕਾਰ ਨੇ ਜਿਹੜੀ ਗੱਲਬਾਤ ਕੀਤੀ ਸੀ ਕਿ 31 ਮਾਰਚ ਤੱਕ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਸੰਬੰਧੀ ਰਾਖੀ ਲਈ ਇੱਕ ਸਖਤ ਕਾਨੂੰਨ ਬਣਾਵਾਂਗੇ, ਸਾਰੇ ਧਾਰਮਿਕ ਗ੍ਰੰਥਾਂ ਤੇ ਜਿਹੜਾ ਲਾਗੂ ਹੋਏਗਾ। ਦੂਸਰਾ 5 ਬੰਦੀ ਸਿੰਘਾਂ ਦੀ ਰਿਹਾਈ ਦਾ ਪ੍ਰੋਸੈਸ ਤੁਰੰਤ ਸ਼ੁਰੂ ਕੀਤਾ ਜਾਊਗਾ। ਹਾਲਾਂਕਿ ਇੱਕ ਬੰਦੀ ਸਿੰਘ ਜਿਹੜੇ ਨੇ ਉਹ ਪੱਕੀ ਜ਼ਮਾਨਤ ਤੇ ਰਿਹਾ ਵੀ ਹੋਏ ਹੈ। ਜਦੋਂ ਕਿ ਜਿਹੜਾ ਨਕਸ਼ਾ ਤੋਰਿਆ ਗਿਆ ਹੈ ਉਹਦੇ ਉੱਤੇ ਫਾਈਨਲ ਡਿਸੀਜਨ ਜਿਹੜਾ ਹੈ ਉਹ ਸਰਕਾਰ ਨੇ ਤੇ ਕੋਰਟ ਨੇ ਅਜੇ ਕਰਨਾ ਬਾਕੀ ਹੈ। ਉਸੇ ਤਰ੍ਹਾਂ ਜਿਹੜੇ ਬਾਕੀ ਦੇ 4 ਸਿੰਘ ਨੇ ਉਹ ਐਡਵੋਕੇਟ ਸਾਹਿਬ ਉਹਦੇ ਬਾਰੇ ਵਿਸਥਾਰ ਨਾਲ ਦੱਸਣਗੇ, ਸਰਦਾਰ ਦਲਸ਼ੇਰ ਸਿੰਘ ਜੀ, ਕਿਉਂਕਿ ਇਹ ਬਹੁਤ ਨੇੜੇ ਤੋਂ ਇਹਨਾਂ ਕੇਸਾਂ ਨੂੰ ਦੇਖ ਰਹੇ ਹੈ। ਦੂਸਰਾ, ਸਰਕਾਰ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਲਿਆਉਣ ਦੀ ਗੱਲ ਕੀਤੀ ਸੀ। ਉਹ ਵੀ ਅਜੇ ਕੰਮ, ਜਦੋਂ ਕਿ ਸਰਕਾਰ ਨੇ 31 ਮਾਰਚ ਤੱਕ ਦਾ ਵਾਅਦਾ ਕੀਤਾ ਸੀ। ਬਾਪੂ ਸੂਰਤ ਸਿੰਘ ਨੂੰ ਹਸਪਤਾਲ ਤੋਂ ਰਿਹਾ ਕਰਨ ਤੋਂ ਬਾਅਦ ਜਿਹੜਾ ਸੀ ਕੌਮੀ ਇਨਸਾਫ ਮੋਰਚੇ 'ਚ 15 ਦਿਨਾਂ ਬਾਅਦ ਭੇਜੇ ਜਾਣਾ ਸੀ, ਉਹਦੇ ਤੇ ਵੀ ਸਰਕਾਰ ਨੇ ਬਹੁਤ ਬੇਸ਼ਰਮੀ ਤੇ ਢੀਠਤਾਈ ਦੇ ਨਾਲ 91 ਸਾਲਾਂ ਦੇ ਬਜ਼ੁਰਗ ਨੂੰ ਉਹਨਾਂ ਦੇ ਘਰ ਦੇ ਵਿੱਚ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਸੋ ਸਰਕਾਰ ਦੇ ਇਸ ਸਾਰੇ ਜਬਰ ਅਤੇ ਨਲਾਇਕ ਹਰਕਤਾਂ ਨੂੰ ਮੂਹਰੋਂ ਚੰਗੇ ਹੋ ਕੇ, ਸਿੱਧੇ ਹੋ ਕੇ ਟੱਕਰਨ ਦੇ ਲਈ ਸਾਰੀਆਂ ਕਿਸਾਨ ਜਥੇਬੰਦੀਆਂ, ਵੱਧ ਤੋਂ ਵੱਧ ਮਜ਼ਦੂਰ ਜਥੇਬੰਦੀਆਂ, ਲਗਭਗ 100 ਦੇ ਲਗਭਗ ਨਿਰਮਲੇ ਤੇ ਹੋਰ ਸੰਤ ਮਹਾਂਪੁਰਸ਼ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਸਥਾ ਰੱਖਦੇ ਨੇ, ਔਰ ਇਹਦੇ ਤੋਂ ਇਲਾਵਾ ਬਾਕੀ ਦੇ ਧਰਮਾਂ ਦੇ ਮਹਾਂਪੁਰਸ਼ ਜਿਹੜੇ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਆ। ਔਰ ਤੁਹਾਨੂੰ ਇਹ ਜਾਣਕਾਰੀ ਦਈਏ ਕਿ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੰਡਸਟਰੀਲਿਸਟ ਭਾਈਚਾਰਾ ਹੈਗਾ, ਸਨਅਤੀ ਭਾਈਚਾਰਾ ਹੈ, ਹਿੰਦੂ ਜਥੇਬੰਦੀਆਂ ਨੇ, ਉਹ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਣਗੀਆਂ। ਤੇ ਇਹ ਜਿਹੜਾ ਪ੍ਰੋਗਰਾਮ ਹੈ 25 ਤਰੀਕ ਨੂੰ ਠੀਕ 11 ਵਜੇ ਸ਼ੁਰੂ ਹੋਏਗਾ। ਤੁਹਾਡੇ ਜ਼ਰੀਏ ਸਾਰੀਆਂ ਸੰਗਤਾਂ ਨੂੰ, ਸਾਰੀਆਂ ਸ਼ਖਸੀਅਤਾਂ ਨੂੰ, ਸਾਰੇ ਆਗੂਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਕੌਮੀ ਇਨਸਾਫ ਮੋਰਚੇ ਵੱਲੋਂ ਵਿੱਢਿਆ ਗਿਆ ਕਾਰਜ ਜਿਹੜਾ ਹੈ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਸੰਪੰਨ ਹੋਣਾ ਹੈ। ਸੋ ਸਾਰੇ ਜਾਣੇ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਪਾਓ। ਹੁਣ ਮੈਂ ਬੇਨਤੀ ਕਰਾਂਗਾ ਐਡਵੋਕੇਟ ਦਲਸ਼ੇਰ ਸਿੰਘ ਹੋਰਾਂ ਨੂੰ ਕਿ ਉਹ ਇਹਦੇ ਕੁਝ ਕਾਨੂੰਨੀ ਪਹਿਲੂ ਜਿਹੜੇ ਹੈਗੇ ਆ, ਜਿਹੜਾ ਸਾਡੇ ਨਾਲ ਧੋਖਾ ਕੀਤਾ ਗਿਆ, ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਅਜੀਬ ਜੀ ਗੱਲ ਹੈ ਕਿ ਬੰਦੀ ਸਿੰਘਾਂ ਦੀ ਜਿਹੜੀ ਸਜ਼ਾ ਉਹ ਬੜੀ ਦੇਰ ਦੀ ਪੂਰੀ ਹੋ ਚੁੱਕੀ ਹੈ। ਇਸ ਗੱਲ ਨੂੰ ਕੋਈ ਹਿੰਦੁਸਤਾਨ ਚੋਂ ਜਾਂ ਇਸ ਮੁਲਕ ਚੋਂ ਜਾਂ ਖਾਸ ਕਰਕੇ ਚੰਡੀਗੜ੍ਹ ਸਟੇਟ ਤੋਂ ਕੋਈ ਆਫੀਸਰ ਸਮਝਣ ਨੂੰ ਤਿਆਰ ਨਹੀਂ ਜਾਂ ਦੱਸਣ ਨੂੰ ਤਿਆਰ ਨਹੀਂ ਕਿ ਉਮਰ ਕੈਦ ਦੀ ਕੀ ਪਰਿਭਾਸ਼ਾ ਹੈ। ਖਾਸ ਕਰਕੇ ਚੰਡੀਗੜ੍ਹ ਬੁੜੈਲ ਜੇਲ੍ਹ ਦੀ 302 ਦਾ ਮੁਕੱਦਮਾ ਹੈ, ਉਹਦੀ ਸਜ਼ਾ 14 ਸਾਲ ਹੈ। ਬੇਅੰਤ ਸਿੰਘ ਐਸੀਨੇਸ਼ਨ ਕੇਸ ਹੈ ਜਿਹੜਾ, ਉਹਦੇ 'ਚ 14 ਸਾਲ ਦੀ ਸਜ਼ਾ ਜਿਹੜੀ ਆ ਬੜੀ ਦੇਰ ਦੀ ਸੱਤੇ ਮੁਲਜ਼ਮਾਂ ਨੇ ਕੱਟ ਲਈ ਆ, ਪਰ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਕਿਉਂ ਨਹੀਂ ਛੱਡਿਆ ਜਾ ਰਿਹਾ? ਇਸ ਗੱਲ ਦਾ ਨਾ ਤੇ ਆਈਜੀ ਪ੍ਰਿਜ਼ਨ ਕੋ ਜਵਾਬ ਹੈਗਾ, ਨਾ ਜੇਲ੍ਹ ਸੁਪਰਡੈਂਟ ਕੋ ਜਵਾਬ ਹੈਗਾ, ਤੇ ਨਾ ਹੀ ਜਿਹੜਾ ਇੱਥੋਂ ਦੇ ਕਿਸੇ ਪੁਲਿਸ ਆਫਿਸਰ ਕੋ ਜਵਾਬ ਹੈਗਾ। ਇਸ ਤੋਂ ਅੱਗੇ ਵੱਡੀ ਬਦਕਿਸਮਤੀ ਇਹ ਆ ਕਿ ਇਸ ਗੱਲ ਦਾ ਜਵਾਬ ਪੰਜਾਬ ਸਰਕਾਰ ਕੋਲ ਨਹੀਂ ਹੈਗਾ। ਹੁਣ ਅਸੀਂ ਇਸ ਯਤਨ ਨੂੰ ਇਸ ਤਰੀਕੇ ਨਾਲ ਲਿਆ ਕਿ ਜਿਹੜਾ ਕੌਮੀ ਇਨਸਾਫ ਮੋਰਚਾ ਮਜਬੂਰ ਹੋ ਕੇ ਲਾਇਆ ਸੀ ਕਿ ਬੰਦੀ ਸਿੰਘਾਂ ਨੂੰ ਤੁਸੀਂ ਜਵਾਬ ਤੇ ਦਿੰਦੇ ਨਹੀਂ ਕੋਈ, ਕਿ ਕਦੋਂ ਛੱਡਣਾ ਜਾਂ ਨਹੀਂ ਛੱਡਣਾ ਇਹ ਵੀ ਨਹੀਂ ਦੱਸਦੇ।
ਇਸ ਕਰਕੇ ਹੁਣ ਜਿਹੜੀ ਭਾਈ ਲਖਵਿੰਦਰ ਸਿੰਘ ਲੱਖਾ ਦੀ ਕੰਡੀਸ਼ਨਲ ਬੇਲ ਹੋਈ ਆ, ਇੱਕ ਹਾਈ ਕੋਰਟ ਦੇ ਹੁਕਮ ਆਏ ਸਨ ਕਿ ਜਿਨ੍ਹਾਂ ਬੰਦਿਆਂ ਨੂੰ ਲਾਈਫ ਦੀ ਸਜ਼ਾ ਹੋ ਗਈ ਆ ਤੇ ਉਹਨਾਂ ਦੇ ਪ੍ਰੀ ਮੈਚੁਰ ਰਿਲੀਜ਼ ਦੇ ਕੇਸ 6 ਮਹੀਨੇ ਤੋਂ ਪੈਂਡਿੰਗ ਆ ਵੱਖਰੀਆਂ ਸਰਕਾਰਾਂ ਕੋ, ਉਹਨਾਂ ਨੂੰ ਜਿਹੜੀ ਆ ਕੰਡੀਸ਼ਨਲ ਬੇਲ ਦੇ ਦਿੱਤੀ ਜਾਵੇ। ਉਸ ਜਜਮੈਂਟ ਦੇ ਤਹਿਤ ਤੇ ਇੱਕ ਪਟੀਸ਼ਨ ਫਾਈਲ ਕੀਤੀ ਗਈ ਭਾਈ ਲਖਵਿੰਦਰ ਸਿੰਘ ਲੱਖਾ ਦੀ ਭੈਣ ਵੱਲੋਂ। ਉਹ ਜਦੋਂ ਪਟੀਸ਼ਨ ਜਾਂਦੀ ਆ, ਕਾਫੀ ਦੇਰ ਤੋਂ ਪਟੀਸ਼ਨ ਪੈਂਡਿੰਗ ਆ, ਲਗਭਗ 6 ਮਹੀਨੇ ਤੋਂ ਪਟੀਸ਼ਨ ਪੈਂਡਿੰਗ ਸੀ। ਕੋਈ ਆਫੀਸਰ ਉਹਦੇ ਤੇ ਰਿਪੋਰਟ ਦੇਣ ਨੂੰ ਤਿਆਰ ਨਹੀਂ ਸੀ। ਅਲਟੀਮੇਟਲੀ ਮੋਰਚਾ ਲੱਗਾ, ਉਹਨਾਂ ਨੂੰ ਪਤਾ ਲੱਗਾ ਕਿ ਮੋਰਚੇ ਦਾ ਦਬਾਅ ਵੀ ਹੈਗਾ ਕਿ ਜੇ ਰਿਪੋਰਟਸ ਗਲਤ ਦਿੱਤੀਆਂ ਜਾਂ ਫੈਬਰੀਕੇਟ ਕੀਤੀਆਂ ਜਾਂ ਮੈਨੂਪੂਲੇਟ ਕੀਤੀਆਂ ਤੇ ਮੋਰਚਾ ਇਹਦਾ ਸਖਤ ਐਕਸ਼ਨ ਲਏਗਾ। ਠੀਕ ਹੈ ਕਿ ਜਿਹੜੀ ਜੇਲ੍ਹ ਸੁਪਰਡੈਂਟ ਦੀ ਰਿਪੋਰਟ ਆਈ, ਉਹਨਾਂ ਨੇ ਇਸ ਗੱਲ ਨੂੰ ਐਡਮਿਟ ਕੀਤਾ ਕਿ ਲਖਵਿੰਦਰ ਸਿੰਘ ਲੱਖਾ ਦਾ ਕੰਡਕਟ ਸਿੰਸ ਜਦੋਂ ਦਾ ਉਹ ਜੇਲ੍ਹ 'ਚ ਆ ਬਹੁਤ ਵਧੀਆ ਕੰਡਕਟ ਆ। ਕਹਿਣ ਤੋਂ ਭਾਵ ਉਹਦਾ ਕਸਟਡੀ ਸਰਟੀਫਿਕੇਟ ਦਾ ਜਿਹੜਾ ਰਿਕਾਰਡ ਦਿੱਤਾ ਉਹ ਗੁੱਡ ਕੰਡਕਟ ਕੀਤਾ। ਦੂਸਰਾ, ਉਹਨਾਂ ਨੇ ਕਿਹਾ ਸਿੰਸ 13 ਜਿੰਨੀਆਂ ਵੀ ਪ੍ਰੋਬਲਮਾਂ ਲਖਵਿੰਦਰ ਸਿੰਘ ਲੱਖਾ ਨੇ ਕੱਟੀਆਂ ਨੇ ਉਹ ਟਾਈਮ ਤੇ ਅਮਨ ਤੇ ਸ਼ਾਂਤੀ ਦੇ ਨਾਲ ਕੱਟੀਆਂ ਨੇ। ਤੀਜੀ ਗੱਲ ਜਿਹੜੀ ਆ ਐਸਐਸਪੀ ਚੰਡੀਗੜ੍ਹ, ਉਹਨਾਂ ਨੇ ਇਹ ਗੱਲ ਕੀਤੀ ਕਿ ਇਸ ਗੱਲ ਨੂੰ ਅਸੀਂ ਐਡਮਿਟ ਕਰਦੇ ਹਾਂ ਕਿ ਲਖਵਿੰਦਰ ਸਿੰਘ ਲੱਖਾ ਦਾ ਪ੍ਰੀ ਮੈਚੁਰ ਰਿਲੀਜ਼ ਕੇਸ ਚੰਡੀਗੜ੍ਹ ਦੀ ਹੋਮ ਸੈਕਟਰੀ ਨੇ ਪਾਸ ਕੀਤਾ, ਰਿਕਮੈਂਡ ਕੀਤਾ ਪ੍ਰੀ ਮੈਚੁਰ ਰਿਲੀਜ਼ ਵਾਸਤੇ, ਤੇ ਇਸ ਕਰਕੇ ਉਹ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਆ। ਸਾਨੂੰ ਕੋਈ ਤਕਲੀਫ ਨਹੀਂ ਆ ਜੇ ਉਹਨੂੰ ਰੈਗੂਲਰ ਬੇਲ ਦਿੱਤੀ ਜਾਵੇ। ਸੋ ਇਸ ਸਿਸਟਮ ਦੇ ਨਾਲ ਬੜੀ ਵੱਡੀ ਇੱਕ ਪ੍ਰਾਪਤੀ ਆ ਕਿ ਸਰਕਾਰ ਜਿਹੜੀ ਅੱਜ ਤੋਂ 3 ਮਹੀਨੇ ਪਹਿਲਾਂ ਭਾਈ ਗੁਰਮੀਤ ਸਿੰਘ ਦੀ ਪ੍ਰੀ ਮੈਚੁਰ ਰਿਲੀਜ਼ ਦੇ ਵਿੱਚ ਇਹੋ ਹੀ ਗਵਰਨਮੈਂਟ ਇਹ ਵਰਡ ਵਰਤਦੀ ਸੀ ਕਿ ਗੁਰਮੀਤ ਸਿੰਘ ਇਜ਼ ਦੀ ਮੈਨ ਆਫ ਈਵਲ ਮਾਈਂਡ। ਅੱਜ ਉਹ ਸਰਕਾਰ ਦਾ ਸਟੈਂਡ ਚੇਂਜ ਹੋ ਗਿਆ। ਸੋ ਰਿਪੋਰਟਸ ਜਿਹੜੀਆਂ ਪੋਜ਼ਿਟਿਵ ਨਹੀਂ ਆਉਣਗੀਆਂ ਸਰਕਾਰਾਂ ਦੀਆਂ, ਉਹਨਾਂ ਤੱਕ ਬੰਦੀ ਸਿੰਘ ਨਹੀਂ ਹੋ ਸਕਦੇ ਸੀ। ਇਸ ਕਰਕੇ ਕੌਮੀ ਇਨਸਾਫ ਮੋਰਚੇ ਦੀ ਸੰਗਤਾਂ ਦੀ ਅਰਦਾਸਾਂ ਲਾ ਲਈਏ ਜਾਂ ਆਪਾਂ ਜੋ ਯਤਨ ਕੀਤੇ ਨੇ ਉਹਦੀ ਸਟਰੈਂਥ ਬਣੀ ਆ ਕਿ ਸਰਕਾਰ ਨੂੰ ਚੰਗੀਆਂ ਰਿਪੋਰਟਾਂ ਦੇਣ ਤੇ ਮਜਬੂਰ ਹੋਣਾ ਪਿਆ। ਕਹਿਣ ਤੋਂ ਭਾਵ ਸੱਚ ਬੋਲਣ ਤੇ ਮਜਬੂਰ ਹੋਏ ਨੇ। ਸੋ ਇਸ ਗੱਲ ਕਰਕੇ ਅਗਲੇ ਜਿਹੜੇ 2 ਬੰਦੀ ਸਿੰਘ ਨੇ ਜਿਨ੍ਹਾਂ ਦੇ ਲਾਈਫ ਦੇ ਪ੍ਰੀ ਮੈਚੁਰ ਰਿਲੀਜ਼ ਦੇ ਕੇਸ ਅੱਗੇ ਚੱਲ ਰਹੇ ਨੇ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ। ਭਾਈ ਗੁਰਮੀਤ ਸਿੰਘ ਜੀ ਦਾ 20 ਮਈ ਨੂੰ 3 ਮਹੀਨੇ ਹੋ ਜਾਣਗੇ ਕੇਸ ਪੈਂਡਿੰਗ ਨੂੰ। ਇਮੀਡੀਏਟਲੀ ਅਸੀਂ 20 ਮਈ ਤੋਂ ਬਾਅਦ ਉਹਨਾਂ ਦਾ ਜਿਹੜੀ ਕੰਡੀਸ਼ਨਲ ਬੇਲ ਦੀ ਗੱਲ ਕਰਾਂਗੇ। ਉਸ ਤੋਂ ਬਾਅਦ ਭਾਈ ਸ਼ਮਸ਼ੇਰ ਸਿੰਘ ਜੀ ਦਾ। ਇਸ ਨੁਕਤਾ ਨਿਗਾਹ ਦੇ ਨਾਲ ਲਗਭਗ ਅਸੀਂ ਸਾਰੇ ਜਿਹੜੇ ਬੰਦੀ ਸਿੰਘਾਂ ਦੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਰੈਗੂਲਰ ਬੇਲਾਂ ਦਵਾ ਦਾਂਗੇ। ਔਰ ਦੂਜੀ ਗੱਲ ਜਿਹੜੀ ਭਾਈ ਜਗਤਾਰ ਸਿੰਘ ਹਵਾਰਾ ਸਾਹਿਬ ਦੇ ਜਨਮ ਦਿਨ ਦੀ ਗੱਲ ਆ, ਇਹ ਬੜੀ ਮਾਣ ਵਾਲੀ ਗੱਲ ਹੈ ਕਿ ਇੱਕ ਨੌਜਵਾਨ ਹੈ ਜਿਹਨੇ ਉਸ ਉਮਰ ਦੇ ਵਿੱਚ 20 ਜਾਂ 21 ਸਾਲ ਦੀ ਉਮਰ 'ਚ ਏਡਾ ਵੱਡਾ ਕਾਰਜ ਕੀਤਾ ਜਿਹੜਾ ਅੱਜ ਦੀ ਨੌਜਵਾਨੀ ਸੋਚ ਵੀ ਨਹੀਂ ਸਕਦੇ। ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ, ਉਹ ਕੰਮ ਕੀਤਾ ਉਹਨਾਂ ਨੇ। 27 ਸਾਲ ਦੀ ਜਿਹੜੀ ਅਹਿਮ ਜ਼ਿੰਦਗੀ ਦਾ ਪਾਰਟ ਆ ਉਹਨਾਂ ਨੇ ਜੇਲ੍ਹ 'ਚ ਕੱਟਿਆ। ਅੱਜ ਉਹਨਾਂ ਦੀ ਉਮਰ 50 ਸਾਲ ਹੋ ਜਾਣੀ ਹੈ 17 ਮਈ ਨੂੰ। ਸੋ ਐਸੇ ਕੌਮੀ ਯੋਧੇ ਦਾ ਜਨਮ ਦਿਨ ਸੰਗਤਾਂ ਨੂੰ ਬੜੀ ਮਾਣ ਦੇ ਨਾਲ ਤੇ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ। ਤੇ ਮੈਂ ਬੇਨਤੀ ਕਰਦਾ ਕੌਮੀ ਇਨਸਾਫ ਮੋਰਚੇ ਦਾ ਮੈਂਬਰ ਹੋਣ ਦੇ ਤੌਰ ਤੇ ਕਿ ਸਾਰੀਆਂ ਸੰਗਤਾਂ 17 ਮਈ ਨੂੰ ਇਸ ਮੋਰਚੇ 'ਚ ਹਾਜ਼ਰੀ ਭਰਨ ਤੇ ਉਸ ਕੌਮੀ ਯੋਧੇ ਨੂੰ ਜਿਹੜਾ ਸਿਜਦਾ ਕਰਨ ਜਿਹਨੇ ਆਪਣੀ ਪੂਰੀ ਜਵਾਨੀ ਭਰੀ ਜਵਾਨੀ ਕੌਮ ਦੇ ਲਈ ਖਿਲਾਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਕੌਮੀ ਇਨਸਾਫ ਮੋਰਚੇ ਦੇ ਵਿੱਚ ਪਹਿਲੇ ਜਿਵੇਂ ਘੱਟ ਸੀਗਾ, ਡੀਮਾਰਚ ਨੂੰ ਵੀ ਦੇਖਣ ਨੂੰ ਮਿਲਿਆ, ਮਹੱਲੇ ਦੇ ਵੀ ਦੇਖਣ ਨੂੰ ਮਿਲਿਆ, ਪਰ ਕਈ ਸਾਰਿਆਂ ਦਾ ਵਿਰੋਧ ਹੋਇਆ। ਭਾਵੇਂ ਬੱਬੂ ਮਾਨ ਸੀ, ਸੋਨੀਆ ਮਾਨ ਸੀ, ਐਜੀਪੀਸੀ ਪ੍ਰਧਾਨ ਸੀ। ਉਸ ਤੋਂ ਬਾਅਦ ਮੋਰਚਾ ਫਿਰ ਟੁੱਟਦਾ ਹੀ ਗਿਆ, ਬਹੁਤ ਘੱਟ ਹੋ ਗਿਆ। ਇਸ ਦਾ ਕਾਰਨ ਕੀ ਮੰਨਦੇ ਹੋ ਕਿ ਜਿੰਨਾ ਵਿਰੋਧ ਹੋ ਰਿਹਾ ਉਹਨੇ ਘਟਦਾ ਜਾ ਰਿਹਾ ਮੋਰਚਾ? ਜੇ ਕੋਈ ਆ ਰਿਹਾ ਤਾਂ ਉਹਦਾ ਸਵਾਗਤ ਕਰਨਾ ਚਾਹੀਦਾ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਇਹਦੇ 'ਚ ਸਵਾਗਤ ਕਰਨਾ ਚਾਹੀਦਾ। ਕੁਝ ਐਂਟੀ ਸੋਸ਼ਲ ਐਲੀਮੈਂਟ ਸਰਕਾਰ ਦੇ ਬੰਦੇ ਵੀ ਸੀ ਜੋ ਇਸ ਗੱਲ ਨੂੰ ਨਹੀਂ ਸਹਿ ਪਾ ਰਹੇ ਸੀ ਕਿ ਬੰਦੀ ਸਿੰਘ ਬਾਹਰ ਆਉਣ ਜਾਂ ਕੌਮੀ ਇਨਸਾਫ ਮੋਰਚਾ ਆਪਣੀਆਂ ਸਫਲਤਾ ਵੱਲ ਜਾਵੇ। ਉਹਨਾਂ ਵੱਲੋਂ ਕੁਝ ਬੰਦਿਆਂ ਵੱਲੋਂ ਗੜਬੜਾਂ ਕੀਤੀਆਂ ਗਈਆਂ। ਇਸ ਗੱਲ 'ਚ ਸਾਨੂੰ ਕਹਿਣ 'ਚ ਕੋਈ ਹਿਚਕ ਨਹੀਂ ਕਿ ਅਸੀਂ ਮੋਰਚਾ ਚਲਾਉਣ ਵਾਲੇ ਬੰਦੇ ਬਿਲਕੁਲ ਸਧਾਰਨ ਸਾਂ। ਅਸੀਂ ਪੋਲੀਟੀਕਲ ਨਹੀਂ ਸਾਂ, ਨਾ ਅਸੀਂ ਮੋਰਚੇ ਚਲਾਏ ਸੀ। ਸਧਾਰਨ ਹੋਣ ਦੇ ਤੌਰ ਤੇ ਸਾਡੇ ਕੋਲ ਜਿਹੜੇ ਇਹ ਅਨਸਰ ਸੀ ਜਿਨ੍ਹਾਂ ਨੇ ਇਹ ਗੈਰ ਕਾਨੂੰਨੀਆਂ ਕੀਤੀਆਂ ਜਾਂ ਕਿਸੇ ਨੂੰ ਕੁੱਟਿਆ ਜਾਂ ਮਾਰਿਆ ਜਾਂ ਕਿਸੇ ਦੀ ਬੇਇੱਜ਼ਤੀ ਕੀਤੀ, ਅਸੀਂ ਉਹਨਾਂ ਨੂੰ ਕੰਟਰੋਲ ਨਹੀਂ ਕਰ ਪਾਏ। ਪਰ ਸਮੇਂ ਦੇ ਨਾਲ
ਹੁਣ ਸਾਨੂੰ ਇਸ ਗੱਲ ਦਾ ਤਜਰਬਾ ਆ ਗਿਆ ਅਸੀਂ ਕਿੱਦਾਂ ਕੰਟਰੋਲ ਕਰਨੇ ਆ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗੜਬੜ ਨਹੀਂ ਹੁੰਦੀ। ਜਿਹੜਾ 25 ਮਈ ਦਾ ਪ੍ਰੋਗਰਾਮ ਆ ਇਹਦੇ ਕੀ ਨਤੀਜੇ ਦੇਖਦੇ ਹੋ ਤੁਸੀਂ, ਇਹਦੇ ਨਾਲ ਕੀ ਹੋਊਗਾ? ਸਰ ਇਹਦੇ 'ਚ ਅਸੀਂ ਇਹ ਜਿਹੜਾ ਲਾਰਜਰ ਲੈਵਲ ਤੇ ਜਿਹੜੀਆਂ ਪੰਜਾਬ ਹਿਤੈਸ਼ੀ ਸਿੱਖ ਹਿਤੈਸ਼ੀ ਤੇ ਜਿਹੜੀਆਂ ਹਿਊਮਨ ਰਾਈਟਸ ਦੀ ਕਦਰ ਕੀਮਤ ਨੂੰ ਸਮਝਦੀਆਂ, ਉਹ ਸਾਰੀਆਂ ਜਥੇਬੰਦੀਆਂ ਦੇ ਨਾਲ ਸਲਾਹ ਕਰਨੀ ਆ ਕਿ ਇਸ ਵੇਲੇ ਲਗਭਗ 5 ਮਹੀਨੇ ਹੋ ਜਾਣੇ ਮੋਰਚਾ ਲੱਗੇ ਨੂੰ, ਤੇ ਜਿਹੜੀ ਵੀ ਪ੍ਰਾਪਤੀ ਹੋਈ ਆ ਉਹ ਕਾਨੂੰਨੀ ਤੌਰ ਤੇ ਹੋਈ ਆ। ਇਹਦੇ ਵਿੱਚ ਠੀਕ ਹੈ ਸਰਕਾਰ ਦਾ ਜਿਹੜਾ ਪੋਜ਼ਿਟਿਵ ਰਿਪੋਰਟਾਂ ਦੇਣੀਆਂ ਉਹਨਾਂ ਦਾ ਫਰਜ਼ ਬਣਦਾ, ਪਰ ਅੱਜ ਤੱਕ ਦੱਸੋ ਮਾਨ ਸਰਕਾਰ ਇਸ ਗੱਲ ਤੇ ਫੇਲ ਰਹੀ ਆ ਕਿ ਇੱਕ ਛੋਟੀ ਜਿਹੀ ਮੰਗ ਆ ਕੌਮੀ ਇਨਸਾਫ ਮੋਰਚੇ ਦੀ ਪੰਜਾਬ ਸਰਕਾਰ ਕੋਲੋਂ ਕਿ ਤੁਸੀਂ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਤੋਂ ਟ੍ਰਾਂਸਫਰ ਕਰ ਦਿਓ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦਾ ਜਿਹੜਾ ਤੁਹਾਡੀ ਸਰਕਾਰ ਕੋਲ ਆ ਉਹਨੂੰ ਜਲਦੀ ਤੋਂ ਜਲਦੀ ਕਰ ਦਿਓ। ਉਸ ਤੋਂ ਇਲਾਵਾ ਇੱਕ ਹੋਰ ਅਸੀਂ ਬੇਨਤੀ ਕਰਦੇ ਹਾਂ ਕਿ ਡੈਟਰੈਂਟ ਕਾਨੂੰਨ ਬਣਾਓ ਕਿਸੇ ਵੀ ਧਾਰਮਿਕ ਗ੍ਰੰਥ ਲਈ, ਉਸ ਗੱਲ ਤੇ ਫੇਲ ਰਹੇ ਨੇ। ਹੁਣ ਅਸੀਂ ਲਾਰਜਰ ਜਿਹੜੀ ਓਪੀਨੀਅਨ ਕ੍ਰੀਏਟ ਕਰਨੀ ਆ, ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਹਿਊਮਨ ਰਾਈਟਸ ਦੀਆਂ ਕਦਰ ਕੀਮਤ ਨੂੰ ਸਮਝਦੀਆਂ, ਉਹਨਾਂ ਦੇ ਨਾਲ ਸਲਾਹ ਕਰਕੇ ਕੋਈ ਵੱਡਾ ਪ੍ਰੋਗਰਾਮ ਦੇਵਾਂਗੇ ਜਿਹਦੇ ਨਾਲ ਸਰਕਾਰ ਨੂੰ ਮਜਬੂਰ ਹੋਣਾ ਪਏਗਾ ਕੌਮੀ ਇਨਸਾਫ ਮੋਰਚੇ ਦੀਆਂ ਸਾਰੀਆਂ ਮੰਗਾਂ ਮੰਨਣ ਨੂੰ। ਪ੍ਰੋਗਰਾਮ ਪਹਿਲਾਂ ਵੀ ਦਿੱਤੇ ਨੇ, ਉਹਨਾਂ ਦਾ ਉਸ ਤਰੀਕੇ ਨਾਲ ਕੋਈ ਅਸਰ ਨਹੀਂ ਹੋਇਆ। ਤੁਸੀਂ ਪਹਿਲਾਂ ਵੀ ਇਕੱਠ ਕੀਤੇ, ਵੱਡੇ ਇਕੱਠ ਹੋਏ, ਇੱਥੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ। ਜੇ ਅਸਰ ਨਹੀਂ ਹੋ ਰਿਹਾ ਤਾਂ ਫਿਰ ਤੁਹਾਨੂੰ ਕੀ ਲੱਗਦਾ ਕਿ ਹੁਣ ਦੁਬਾਰਾ ਇਕੱਠ ਕਰਨ ਦੇ ਨਾਲ ਕੀ ਨਤੀਜਾ ਆ ਸਕਦਾ ਹੋਵੇ? ਦੇਖੋ ਕੋਈ ਨਾ ਕੋਈ ਘਾਟ ਰਹਿ ਜਾਂਦੀ ਆ। ਪਬਲਿਕ ਓਪੀਨੀਅਨ ਕ੍ਰੀਏਟ ਕਰਨਾ ਬਹੁਤ ਵੱਡੀ ਗੱਲ ਹੈ ਔਰ ਸੰਗਤ ਤੱਕ ਆਪਣੀ ਆਵਾਜ਼ ਪਹੁੰਚਾਉਣਾ ਕੋਈ ਛੋਟਾ ਟਾਸਕ ਨਹੀਂ ਹੈਗਾ। ਇਹਦੇ ਲਈ ਅਸੀਂ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਵਾਰ ਯਤਨ ਕਰਨ ਨੂੰ ਤਿਆਰ ਹਾਂ ਔਰ ਉਹਨਾਂ ਤੱਕ ਕਰਦੇ ਰਹਾਂਗੇ ਜਿੰਨਾ ਤੱਕ ਅਸੀਂ ਸਫਲ ਨਹੀਂ ਹੋਵਾਂਗੇ। ਸਰਕਾਰ ਵੱਲੋਂ ਕੋਈ ਰਿਸਪੌਂਸ ਆਉਣਾ ਸ਼ੁਰੂ ਹੋਇਆ? ਦੁਬਾਰਾ ਮੀਟਿੰਗ ਹੋਈ ਕੋਈ ਦੁਬਾਰਾ? ਨਹੀਂ, ਇਸ ਤੋਂ ਬਾਅਦ ਸਾਡੀ ਕੋਈ ਦੁਬਾਰਾ ਮੀਟਿੰਗ ਨਹੀਂ ਹੋਈ, ਪਰ ਅਸੀਂ ਜਿਹੜਾ ਵੀ ਉਹਨਾਂ ਦੇ ਆਫੀਸਰ ਸਾਨੂੰ ਸੁਨੇਹਾ ਲਾਉਂਦੇ, ਅਸੀਂ ਤੇ ਸਿੰਪਲ ਇੱਕ ਗੱਲ ਕੀਤੀ ਹੈ ਕਿ ਜਿਹੜੇ ਪਹਿਲਾਂ ਵਾਅਦੇ ਕੀਤੇ ਨੇ ਉਹਨਾਂ ਨੂੰ ਪੂਰੇ ਕਰ ਦਿਓ, ਫਿਰ ਮੀਟਿੰਗ ਜਿਹੜੀ ਕਰਨੀ ਹੈ ਅਗਲੀ ਅਸੀਂ ਕਰ ਲਾਂਗੇ। ਜਿਵੇਂ ਲਗਾਤਾਰ ਆਪਾਂ ਮੋਰਚਾ ਲੱਗਿਆ ਸੀ, ਇੱਕ ਧਰਨਾ ਲੱਗ ਗਿਆ ਸੀਗਾ ਸਿੰਘ ਸ਼ਹੀਦਾਂ ਸੋਹਾਣਾ, ਉਸ ਤੋਂ ਬਾਅਦ ਲਗਾਤਾਰ ਜਿਹੜਾ ਆਪਣੇ ਇੱਥੇ ਲੋਕਾਂ ਦੀ ਗਿਣਤੀ ਲਗਾਤਾਰ ਘਟੀ ਹੈ, ਕੀ ਉਹ ਵੀ ਇੱਕ ਚਾਲ ਸੀਗੀ ਮੋਰਚੇ ਨੂੰ ਤੋੜ-ਫਾੜ ਕਰਨ ਦੀ, ਤੇ ਕੀ ਆਪਾਂ ਉਹਦੇ 'ਚ ਨਾਕਾਮਯਾਬ ਰਹੇ ਹਾਂ? ਇਸ ਚੀਜ਼ ਨੂੰ ਮੰਨਦੇ ਆ ਕਿ ਆਪਾਂ ਕਿਤੇ ਨਾ ਕਿਤੇ ਗਲਤੀ ਕੀਤੀ ਉਸ ਜਗ੍ਹਾ ਦੇ ਵਿੱਚ ਪੋਲੀਟੀਕਲਾਈਜੇਸ਼ਨ ਹੋਇਆ ਸੀ? ਨਹੀਂ, ਉਹਦੇ 'ਚ ਜਿਹੜਾ ਸਮੁੱਚਾ ਸਰਕਾਰ ਨੇ ਖੌਫ ਦਾ ਇੱਕ ਆਲਮ ਸਿਰਜਿਆ ਪੂਰੇ ਪੰਜਾਬ ਦੇ ਵਿੱਚ, ਉਹਦਾ ਬਿਨਾਂ ਸ਼ੱਕ ਇਸ ਮੋਰਚੇ ਦੇ ਉੱਤੇ ਅਸਰ ਪਿਆ ਹੈ, ਉਸ ਤੋਂ ਡਿਨਾਈ ਨਹੀਂ ਕੀਤਾ ਜਾ ਸਕਦਾ। ਪਰ ਜਿਹੜੀ ਸੰਗਤ ਉੱਥੇ ਮੋਰਚੇ 'ਚ ਗਈ ਸੀ ਸੁਹਾਣੇ 'ਚ, ਉਹਦੀ ਪੈਰਵਾਈ ਮੋਰਚੇ ਵੱਲੋਂ ਕੀਤੀ ਗਈ ਹੈ। ਇਹੀ ਦਲਸ਼ੇਰ ਸਿੰਘ ਹੋਰਾਂ ਦੀ ਟੀਮ ਨੇ ਉਹਨਾਂ ਦੀਆਂ ਜ਼ਮਾਨਤਾਂ ਕਰਾਈਆਂ ਨੇ ਤੇ ਉਹਨਾਂ ਦੇ ਵਿੱਚੋਂ ਰਿਹਾ ਹੋਣ ਤੋਂ ਬਾਅਦ ਲਗਭਗ ਉਹ ਜਿੰਨੀ ਵੀ ਸੰਗਤ ਸੀਗੀ ਉਹ ਮੋਰਚੇ ਦੇ ਨਾਲ ਜੁੜੀ ਹੋਈ ਹੈ। ਜਿਸ ਤਰੀਕੇ ਨਾਲ ਖਬਰ ਆਈਆਂ, ਜਿਸ ਤਰੀਕੇ ਨਾਲ ਕੁਝ ਚੈਨਲਾਂ ਨੇ ਦਿਖਾਇਆ ਪੱਗਾਂ ਲਾਈਆਂ ਜਾਂਦੀਆਂ, ਜਿਸ ਤਰ੍ਹਾਂ ਹੈਂਡੀਕੈਪਟ ਲੋਕਾਂ ਨੂੰ ਵੀ ਧੱਕੇ ਦੇ ਨਾਲ ਬਜ਼ੁਰਗਾਂ ਨੂੰ ਵੀ ਸੁੱਟਿਆ ਗਿਆ ਨਾ, ਉਸ ਤੋਂ ਬਾਅਦ ਲੱਗਿਆ ਕਿ ਲੋਕਾਂ ਨੂੰ ਲੱਗਿਆ ਕਿ ਨਹੀਂ ਮੋਰਚੇ 'ਚ ਜਾਣਾ। ਦੇਖੋ ਇਹ ਪੂਰੇ ਪੰਜਾਬ ਦੇ ਵਿੱਚ ਹੀ ਇਸ ਦਾ ਅਸਰ ਪਿਆ ਹੈਗਾ, ਉਹਦਾ ਮੋਰਚੇ ਤੇ ਅਸਰ ਪੈਣਾ ਕੁਦਰਤੀ ਗੱਲ ਹੈ, ਕਿਉਂਕਿ ਜੇ ਨੌਜਵਾਨ ਆਉਂਦੇ ਆ ਤਾਂ ਮਾਪੇ ਉਹਨਾਂ ਦੇ ਘਬਰਾਉਂਦੇ ਆ ਵੀ ਉੱਥੇ ਕੋਈ ਘਟਨਾ ਨਾ ਵਾਪਰ ਜੇ। ਉਹੀ ਜਿਹੜੀ ਗੱਲ ਪਹਿਲਾਂ ਇਹਨਾਂ ਨੇ ਸਵਾਲ ਕੀਤਾ ਸੀਗਾ, ਜਿਹੜੀਆਂ ਇੱਥੇ ਘਟਨਾਵਾਂ ਹੋਈਆਂ ਨੇ ਕੁੱਟਮਾਰ ਦੀਆਂ ਜਾਂ ਕਿਸੇ ਦੇ ਨਾਲ ਬਦਤਮੀਜ਼ੀ ਨਾਲ ਪੇਸ਼ ਆਉਣ ਦੀਆਂ, ਉਹਨਾਂ ਦਾ ਵੀ ਅਸਰ ਹੋਇਆ ਤੇ ਸਰਕਾਰ ਵੱਲੋਂ ਸਿਰਜੇ ਗਏ ਇੱਕ ਝੂਠੇ ਵਰਤਾਂਤ ਦਾ ਵੀ ਅਸਰ ਜਿਹੜਾ ਹੈਗਾ ਉਹ ਹੋਇਆ। ਪਰ ਉਸੇ ਅਸਰ ਨੂੰ ਤੋੜਨ ਲਈ ਅਸੀਂ ਮੁੜ ਤੋਂ ਦੁਬਾਰਾ ਜਿਹੜੀ ਹੈਗੀ ਆ 25 ਤਰੀਕ ਨੂੰ ਮੀਟਿੰਗ ਕਰ ਰਹੇ ਹਾਂ। ਬਲਵਿੰਦਰ ਜੀ, ਤੁਹਾਡੀ ਮੰਗ ਇੱਕ ਇਹ ਵੀ ਹੈਗੀ, ਸਾਰੇ ਪੂਰੇ ਕਿਉਂਕਿ ਮੋਰਚੇ ਦਾ ਅਸੀਂ ਜ਼ਿਕਰ ਕਰਦੇ ਹਾਂ, ਇੱਕ ਮੰਗ ਇਹ ਵੀ ਹੈ ਕਿ ਬੇਅਦਬੀਆਂ ਦਾ ਇਨਸਾਫ ਹੋਵੇ, ਪਰ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ। ਪਟਿਆਲੇ ਦੇ ਵਿੱਚ ਜਿਸ ਤਰੀਕੇ ਨਾਲ ਹੁਣ ਇੱਕ ਹੋਰ ਘਟਨਾ ਸਾਹਮਣੇ ਆਈ, ਉਸ ਦੇ ਇੱਕ ਸਿੰਘ ਦੇ ਵੱਲੋਂ ਗੋਲੀ ਚਲਾਈ ਗਈ, ਸਰੋਵਰ ਦੇ ਨੇੜੇ ਬੈਠ ਕੇ ਸ਼ਰਾਬ ਪੀਣ ਦੀਆਂ ਗੱਲਾਂ ਸਾਹਮਣੇ ਆਈਆਂ। ਤੁਹਾਨੂੰ ਕੀ ਲੱਗਦਾ ਕਿ ਸਰਕਾਰ ਐਕਸ਼ਨ ਨਹੀਂ ਲੈ ਰਹੀ ਜਾਂ ਕਿੱਥੇ ਕਮੀ ਕਿੱਥੇ ਰਹੀ ਕਿ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਇਸ ਤੋਂ ਬਾਅਦ? ਦੇਖੋ ਸਵਾਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੰਦੇਸ਼ ਹੈ ਉਹ ਇਹਨਾਂ ਸਰਕਾਰਾਂ ਦੇ ਰਾਜ ਕਰਨ ਦੇ ਤਰੀਕੇ ਨਾਲ ਬਿਲਕੁਲ ਮੇਲ ਨਹੀਂ ਖਾਂਦਾ। ਔਰ ਦੂਸਰਾ, ਪੰਜਾਬ ਦੀ ਧਰਤੀ ਤੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ, ਜਿੱਥੇ ਸ੍ਰੀ ਦਰਬਾਰ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ, ਇਹ ਸਾਰੇ ਸੋਰਸ ਆਫ ਇੰਸਪੀਰੇਸ਼ਨ ਨੇ ਔਰ ਇੱਥੇ ਵਸਦੇ ਲੋਕ ਨੇ ਜਿਹੜੇ ਉਹ ਹਮੇਸ਼ਾ ਹੱਕ ਸੱਚ ਇਨਸਾਫ ਦੀ ਲੜਾਈ ਲੜਦੇ ਨੇ। ਸਰਕਾਰ ਉਹਦੀ ਧਾਰ ਨੂੰ ਖੁੰਡਾ ਕਰਨਾ ਚਾਹੁੰਦੀ ਹੈ, ਇਸੇ ਕਰਕੇ ਬਾਰ-ਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਜਾਂ ਅਜਿਹੀਆਂ ਹਮਾਕਤਾਂ, ਜਿਸ ਤਰ੍ਹਾਂ ਕਿ ਉੱਥੇ ਇੱਕ ਮਤਲਬ ਬੀਬੀ ਹੈ ਜਿਹੜੀ ਉਹ ਸ਼ਰਾਬ ਪੀ ਰਹੀ ਸੀ, ਅਜਿਹੀਆਂ ਜਾਣਬੁੱਝ ਕੇ ਕਰਵਾਈਆਂ ਜਾ ਰਹੀਆਂ। ਇਹਨਾਂ ਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਔਰ ਜਿਹੜੇ ਸਿੱਖ ਅੱਗੇ ਆ ਕੇ ਮਤਲਬ ਉਹਦਾ ਮੌਕੇ ਤੇ ਇਨਸਾਫ ਕਰਦੇ ਆ, ਉਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਜੇਕਰ ਅਦਾਲਤਾਂ ਇਨਸਾਫ ਦਿੰਦੀਆਂ ਹੋਣ। ਇਸੇ ਕਰਕੇ ਅਸੀਂ ਸਖਤ ਕਾਨੂੰਨ ਦੀ ਮੰਗ ਕਰਦੇ ਹਾਂ ਕਿ ਉਮਰ ਕੈਦ
ਅਤੇ ਮੌਤ ਦੀ ਜਿਹੜੀ ਸਜ਼ਾ ਹੈਗੀ ਹੈ ਉਹਦਾ ਪ੍ਰਾਵਧਾਨ ਕੀਤਾ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੇਤ ਸਾਰੇ ਧਾਰਮਿਕ ਗ੍ਰੰਥਾਂ ਦੇ ਉੱਤੇ ਇਹ ਲਾਗੂ ਹੋਣਾ ਚਾਹੀਦਾ ਹੈ, ਤਾਂ ਕਿ ਅਜਿਹੀ ਕੋਈ ਵੀ ਘਟਨਾ ਜਿਹੜੀ ਹੈਗੀ ਆ ਉਹ ਕਰਨ ਦੀ ਕੋਈ ਜੁਰਤ ਨਾ ਕਰੇ, ਉਹਨੂੰ ਪਤਾ ਹੋਵੇ ਕਿ ਇਹਦੇ ਲਈ ਬਹੁਤ ਵੱਡੀ ਸਜ਼ਾ ਹੈ। Thank you। ਧੰਨਵਾਦ ਜੀ। ਬਹੁਤ ਧੰਨਵਾਦ। ਫੋਨ ਆਇਆ।